ਕਾਂਗਰਸ ਦੇ ਵਿੱਚ ਜਾਰੀ ਘਮਸਾਨ ਦੇ ਵਿਚਾਲੇ ਕੈਪਟਨ ਅਮਰਿੰਦਰ ਸਿੰਘ ਤੇ ਹਰੀਸ਼ ਰਾਵਤ ਦਾ ਵੱਡਾ ਬਿਆਨ। ਬੋਲੇ ਕੈਪਟਨ ਦੇ ਲਈ ਬੰਦ ਨਹੀਂ ਹੋਏ ਦਰਵਾਜ਼ੇ। ਬਿਜਲੀ ਦੀ ਕਿੱਲਤ ਤੇ ਜਲੰਧਰ 'ਚ ਵੱਡਾ ਪ੍ਰਦਰਸ਼ਨ ਕਰਨ ਦੀ ਤਿਆਰੀ 'ਚ ਕਿਸਾਨ। ਜਲੰਧਰ 'ਚ ਜਾਮ ਕਰਨ ਜਾ ਰਹੀ ਨੈਸ਼ਨਲ ਹਾਈਵੇ ਤੇ ਸਰਕਾਰ ਤੋਂ ਲੋੜੀਂਦੀ ਬਿਜਲੀ ਦੀ ਮੰਗ। ਕੋਲੇ ਦੀ ਕਮੀ ਕਰਕੇ ਗੋਇੰਦਵਾਲ ਸਾਹਿਬ ਥਰਮਲ ਪਾਵਰ ਪਲਾਂਟ ਦੀ ਇੱਕ ਯੂਨਿਟ ਬੰਦ। ਸੂਬੇ ਭਰ ਦੇ ਵਿੱਚ ਹੁਣ ਤੱਕ ਬੰਦ ਹੋਣ ਵਾਲੀ 6ਵੀਂ ਯੂਨਿਟ। ਪ੍ਰਾਈਵੇਟ ਪਲਾਂਟਾਂ ਦੇ ਕੋਲ ਬਚਿਆ ਮਹਿਜ਼ 1.5 ਦਿਨ ਦਾ ਕੋਲਾ। ਥੋੜੀ ਦੇਰ ਦੇ ਵਿੱਚ ਪੰਜਾਬ ਕੈਬਨਿਟ ਦੀ ਆਮ ਬੈਠਕ, ਕਈ ਵੱਡੇ ਫੈਸਲੇ ਤੇ ਮੋਹਰ ਲੱਗਣ ਦੀ ਉਮੀਦ। ਪੈਟਰੋਲ ਤੇ ਡੀਜ਼ਲ ਦੇ ਲਗਾਤਾਰ ਵਾਧੇ ਭਾਅ ਨੇ ਵਧਾਈ ਲੋਕਾਂ ਦੀ ਚਿੰਤਾ। ਅੱਜ 7ਵੇਂ ਦਿਨ ਫਿਰ ਹੋਇਆ ਕੀਮਤਾਂ ਦੇ ਵਿੱਚ ਇਜ਼ਾਫਾ। ਪੈਟਰੋਲ 30 ਪੈਸੇ ਤੇ ਡੀਜ਼ਲ 35 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਮਹਿੰਗਾ। ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਨਾਲ। ਗੁਰਜੋਤ ਸਿੰਘ ਦੁਆਰਾ ਵੱਡੀ ਖਬਰ ਤੋਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਆ। ਕੈਪਟਨ ਅਮਰਿੰਦਰ ਸਿੰਘ ਤੇ ਹਰੀਸ਼ ਰਾਵਤ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੈਪਟਨ ਦੇ ਲਈ ਦਰਵਾਜ਼ੇ ਬੰਦ ਨਹੀਂ ਹੋਏ, ਹਰੀਸ਼ ਰਾਵਤ ਕਹਿੰਦੇ ਹੋਏ ਨਜ਼ਰ ਆਏ ਨੇ। ਕੈਪਟਨ ਅਮਰਿੰਦਰ ਸਿੰਘ ਵਿਖਾ ਚੁੱਕੇ ਨੇ। ਦੱਸ ਦਈਏ ਕਿ ਬਾਗੀ ਤੇਵਰ ਔਰ ਕੈਪਟਨ ਨੇ ਕਾਂਗਰਸ ਛੱਡਣ ਦੀ ਵੀ ਗੱਲ ਕਹੀ ਸੀ। ਹਾਲਾਂਕਿ ਉਸ ਤੋਂ ਬਾਅਦ ਕੋਈ ਅਜਿਹਾ ਬਿਆਨ ਨਹੀਂ ਆਇਆ, ਨਾ ਹੀ ਕੋਈ ਕਾਰਵਾਈ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸਾਹਮਣੇ ਆਈ ਹੈ। ਪਰ ਹਰੀਸ਼ ਰਾਵਤ ਉਹਨਾਂ ਦਾ ਵੀ ਬਿਆਨ ਦੀ ਜੇਕਰ ਗੱਲ ਕਰੀਏ ਉਹ ਵੀ ਯਾਦ ਕਰ ਲੈਣ। ਉਹਨਾਂ ਨੇ ਕਿਹਾ ਸੀ ਕਿ 79 ਵਿਧਾਇਕ ਉਹਨਾਂ ਦੇ ਖਿਲਾਫਤ ਦੇ ਵਿੱਚ ਸਨ, ਜਿਸ ਤੋਂ ਬਾਅਦ ਵੱਡਾ ਫੈਸਲਾ ਲਿਆ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਉਸ ਅਹੁਦੇ ਤੋਂ ਹਟਾਇਆ ਗਿਆ ਕਹਿ ਸਕਦੇ। ਹਾਲਾਂਕਿ ਉਹਨਾਂ ਨੇ ਇਹ ਨਹੀਂ ਕਿਹਾ, ਪਰ ਉਹਨਾਂ ਨੇ ਇੰਨਾ ਜ਼ਰੂਰ ਕਿਹਾ ਸੀ ਕਿ 79 ਵਿਧਾਇਕ ਚਾਹੁੰਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਜਾਵੇ ਸੀਐਮ ਅਹੁਦੇ ਤੋਂ, ਜਿਸ ਤੋਂ ਬਾਅਦ ਇਹ ਫੈਸਲਾ ਲਿਆ। ਹਾਲਾਂਕਿ ਉਸ ਬਿਆਨ ਤੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਰਿਐਕਸ਼ਨ ਦਿੱਤਾ ਸੀ, ਬਿਆਨ ਦਿੱਤਾ ਸੀ, ਪਰ ਹੁਣ ਇੱਕ ਵੱਡਾ ਬਿਆਨ ਫਿਰ ਤੋਂ ਹਰੀਸ਼ ਰਾਵਤ ਦਾ ਆਉਂਦਾ ਔਰ ਇਸ ਬਿਆਨ ਦੇ ਕਈ ਮਾਇਨੇ ਨਿਕਲਦੇ ਨੇ। ਇਸ ਬਿਆਨ ਤੋਂ ਕਈ ਅੰਦਾਜ਼ੇ ਲੱਗਦੇ ਨੇ ਕਿ ਅਜੇ ਵੀ ਹਰੀਸ਼ ਰਾਵਤ ਚਾਹੁੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਪਾਰਟੀ ਦੇ ਵਿੱਚ ਰਹਿਣ ਔਰ ਕੁਝ ਖਾਸ ਉਹਨਾਂ ਦੇ ਲਈ ਕੀਤਾ ਜਾਵੇ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪਿਛਲੇ ਦਿਨੀ ਜਿਹੜੇ ਐਲਾਨ ਹੋਏ, ਪਿਛਲੇ ਦਿਨੀ ਚਰਚਾਵਾਂ ਹੋਈਆਂ ਕਿ ਬੀਜੇਪੀ ਦੇ ਵਿੱਚ ਜਾ ਸਕਦੇ ਨੇ। ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਕੈਪਟਨ ਅਮਰਿੰਦਰ ਸਿੰਘ ਨੇ। ਉਸ ਤੋਂ ਬਾਅਦ ਇਹ ਵੀ ਬਿਆਨ ਆਇਆ ਕਿ ਉਹ ਕਾਂਗਰਸ ਦੇ ਵਿੱਚ ਨਹੀਂ ਰਹਿਣਗੇ ਤੇ ਫਿਰ ਖੁਦ ਵੀ ਹਰੀਸ਼ ਰਾਵਤ ਉਹਨੇ ਬਿਆਨ ਦਿੰਦੇ ਹੋਏ ਨਜ਼ਰ ਆਏ। ਇਸ ਤੋਂ ਇਲਾਵਾ ਰਣਦੀਪ ਸੁਰਜੇਵਾਲਾ ਨੇ ਵੀ ਬਿਆਨ ਦਿੱਤਾ। ਸੋ ਕੁੱਲ ਮਿਲਾ ਕੇ ਇੱਕ ਪਾਸੇ ਨਜ਼ਰ ਆ ਰਿਹਾ ਸੀ ਕਿ ਕਾਂਗਰਸ ਹੁਣ ਸਾਰੀ ਹੀ ਨਾਰਾਜ਼ ਹੈਗੀ ਹੈ ਕੈਪਟਨ ਅਮਰਿੰਦਰ ਸਿੰਘ ਤੋਂ ਔਰ ਬਹੁਤਾ ਕੋਈ ਚੰਗਾ ਜਿਹੜਾ ਭਵਿੱਖ ਹੈ ਕਾਂਗਰਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਨਜ਼ਰ ਨਹੀਂ ਆ ਰਿਹਾ। ਪਰ ਉਸ ਦੇ ਵਿਚਾਲੇ ਹੁਣ ਥੋੜਾ ਸਮਾਂ ਪਿਆ। ਸਮੇਂ ਤੋਂ ਬਾਅਦ ਇਹ ਵੱਡਾ ਬਿਆਨ ਹਰੀਸ਼ ਰਾਵਤ ਹੋਰਾਂ ਦਾ ਆਉਂਦਾ, ਜੋ ਕਿ ਕਾਫੀ ਅਹਿਮ ਹੈ। ਔਰ ਕੈਪਟਨ ਦੇ ਲਈ ਉਹਨਾਂ ਨੇ ਕਿਹਾ ਕਿ ਦਰਵਾਜ਼ੇ ਜਿਹੜੇ ਨੇ ਉਹ ਬੰਦ ਨਹੀਂ ਹੋਏ, ਯਾਨੀ ਕਿ ਦਰਵਾਜ਼ੇ ਖੁੱਲੇ ਨੇ। ਦੱਸ ਦਈਏ ਕਿ ਦੇਸ਼ ਪੱਧਰ ਤੇ ਚਰਚਾਵਾਂ ਹੋਈਆਂ ਸਨ। ਚਰਚਾਵਾਂ ਵੀ ਅਜਿਹੀਆਂ ਹੋਈਆਂ ਕਿ ਕਿਉਂ ਕੈਪਟਨ ਖਫਾ ਨੇ, ਕਿਉਂ ਉਹ ਇੱਕ ਵੱਡੇ ਆਗੂ ਖਫਾ ਨੇ ਜੋ ਲੰਮਾ ਸਮਾਂ ਕਾਂਗਰਸ ਦੇ ਵਿੱਚ ਰਹੇ ਔਰ ਕਾਂਗਰਸ ਦਾ ਇੱਕ ਵੱਡਾ ਚਿਹਰਾ ਪੰਜਾਬ ਦੇ ਵਿੱਚ, ਕਿ ਉਹਨਾਂ ਤੋਂ ਬਾਅਦ ਕਾਂਗਰਸ ਕਿਸ ਤਰ੍ਹਾਂ ਦੇ ਨਾਲ ਹੋਏਗੀ, ਕਾਂਗਰਸ ਕਿਵੇਂ ਚੱਲੇਗੀ ਅੱਗੇ। ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ, ਕਿਉਂਕਿ ਪੰਜਾਬ ਦੇ ਵਿੱਚ ਅਜੇ ਵੀ ਜ਼ਿੰਦਾ ਹੈ ਕਾਂਗਰਸ ਔਰ ਵਧੀਆ ਤਰੀਕੇ ਦੇ ਨਾਲ ਜਿਹੜੀ ਆ ਚੱਲ ਰਹੀ ਹੈ ਕੁੱਲ ਮਿਲਾ ਕੇ, ਕਿਉਂਕਿ ਸਰਕਾਰ ਬਣਾਈ ਸੀ 2017 ਦੇ ਵਿੱਚ। ਉਸ ਤੋਂ ਬਾਅਦ ਹੁਣ ਵੀ ਕਈ ਉਮੀਦਾਂ ਨੇ ਕਾਂਗਰਸ ਨੂੰ ਕਿ ਸਰਕਾਰ ਦੁਆਰਾ ਬਣਾ ਸਕਦੀ ਹੈ। ਪਰ ਉਸੇ ਤੋਂ ਬਾਅਦ ਹੁਣ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ, ਉਹਨਾਂ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਵੇਖੇ ਜਾ ਰਹੇ ਸੀ। ਕਈ ਤਰ੍ਹਾਂ ਦੀਆਂ ਸਮੀਖਿਆਵਾਂ ਕੀਤੀਆਂ ਗਈਆਂ, ਪਰ ਹਾਲ ਹੀ ਦੇ ਵਿੱਚ ਇਹ ਵੱਡਾ ਬਿਆਨ ਹਰੀਸ਼ ਰਾਵਤ ਦਾ। आपके कांग्रेस प्रभारी और कांग्रेस महासचिव हरीश रावत साथ में हैं, उनसे जानते हैं कि अभी क्या डेवलपमेंट चल रहे हैं। हरीश रावत, पंजाब में जो लगातार जिस तरीके का पावर स्ट्रगल चल रहा था, क्या वो अब निपट गया आपको लगता है? नहीं, कोई पावर स्ट्रगल नहीं है। चरणजीत सिंह चन्नी के मुख्यमंत्री बनने के बाद सारी स्थितियाँ सामने हैं और दोनों अभी एक मार्च में साथ थे। कुछ ताकतें हैं जो भ्रम पैदा कर रही हैं और वो जानबूझ करके कुछ चीज़ें बनाई जा रही है ताकि श्री सिद्धू और श्री चन्नी में दूरी हो, और मगर ऐसा है नहीं। अब लेकिन कौन लोग बना रहे हैं जो आप कह रहे हैं जो भ्रम की स्थिति है? ये बनाने वाले लोग बाहर से भी हैं, कुछ भूतपूर्व कांग्रेसी हैं, उनके अपने लिंक्स हैं। उसमें मीडिया का भी एक सेक्शन सम्मिलित है, क्योंकि पंजाब में है तो उस बड़े स्टेक का कुछ लोग उपयोग करना चाहे। जो कैप्टन अमरिंदर सिंह हैं वो लगातार अपने आ चुके हैं कांग्रेस नाम, लेकिन कांग्रेस में बने हुए भी हैं। उनके फ्यूचर को लेकर पार्टी ने कुछ तय किया है? देखिए, हम सब उनका बड़ा आदर करते हैं, लेकिन कुछ चीज़ें
साफ करनी ज़रूरी थी। जो कह रहे थे कि मेरा ह्यूमिलेशन हुआ, हमने वो बात क्लियर कर दी, कोई ह्यूमिलेशन नहीं हुआ, और बल्कि सब चीज़ें उनको कॉन्फिडेंस ले करके करने की का प्रयास किया गया, वो भी समाधान के लिए, उनको साथ ले करके। लेकिन अनंतो गत्वा जब पार्टी के विधायकगण अपने चुनावी संभावनाओं को लेकर बहुत चिंतित हो गए और उन्होंने सीएलपी की मीटिंग बुलाने की मांग की, तो पार्टी के सामने और कोई रास्ता नहीं था, और उन्होंने सीएलपी की मीटिंग में आने के बजाय स्वयं इस्तीफा दिया गवर्नर हाउस जा करके, और सीएलपी ने उसके बाद उनको धन्यवाद दिया। तो ये घटनाक्रम में बताता है कि जो केंद्रीय नेतृत्व था वो जो है उनको पूरा सम्मान दे रहा था। अब उनके ऊपर है, वो कांग्रेस प्रेसिडेंट से मिले, बात करें, उनके लिए भूमिका की कमी नहीं हो सकती है, मगर तय उनको करना है। तो आप कह रहे हैं अभी संभावना खत्म नहीं हुई है कैप्टन को लेके? मैं किसी भी राजनीति में किसी भी चीज़ की संभावनाओं को खत्म नहीं मानता। मैं समझता हूँ जहाँ चीज़ें खत्म होती दिखाई देती हैं, वहीं से शुरुआतें भी होती हैं। कैमरामैन भरत शर्मा के साथ अनुपम त्रिवेदी, न्यूज़ 18 देहरादून। ਹਰੀਸ਼ ਰਾਵਤ ਦੇ ਵੱਲੋਂ ਕਿ ਪ੍ਰੈਜ਼ੀਡੈਂਟ ਨੂੰ ਯਾਨੀ ਕਿ ਪ੍ਰਧਾਨ ਨੂੰ ਮਿਲ ਲੈਣ ਕੈਪਟਨ ਅਮਰਿੰਦਰ ਸਿੰਘ, ਔਰ ਰਸਤੇ ਅਜੇ ਵੀ ਖੁੱਲੇ ਨੇ ਔਰ ਕਦੇ ਵੀ ਸੰਭਾਵਨਾਵਾਂ ਰਾਜਨੀਤੀ ਦੇ ਵਿੱਚ ਖਾਸ ਤੌਰ ਤੇ ਬੰਦ ਨਹੀਂ ਹੁੰਦੀਆਂ, ਔਰ ਦਰਵਾਜ਼ੇ ਕੈਪਟਨ ਅਮਰਿੰਦਰ ਸਿੰਘ ਦੇ ਲਈ ਅਜੇ ਵੀ ਖੁੱਲੇ ਨੇ। ਔਰ ਜ਼ਿਆਦਾ ਜਾਣਕਾਰੀ ਦੇ ਲਈ ਰੋਹਿਤ ਬੰਸਲ ਨੇ ਸਾਡੇ ਨਾਲ ਫੋਨ ਲਾਈਨ ਤੇ। ਰੋਹਿਤ, ਹਰੀਸ਼ ਰਾਵਤ ਹੋਰਾਂ ਦੇ ਆਏ ਇਸ ਬਿਆਨ ਨੂੰ ਅਸੀਂ ਕਿਵੇਂ ਵੇਖ ਪਾ ਰਹੇ ਹਾਂ? ਹਾਲਾਂਕਿ ਕਾਂਗਰਸ ਵਿੱਚ ਨਹੀਂ ਰਹਾਂਗਾ, ਕੈਪਟਨ ਸਾਫ਼ ਕਰ ਚੁੱਕੇ ਨੇ। जी बिल्कुल गुरजोत, पहला तो जो हरीश रावत का बयान है बहुत ज्यादा क्लीयरेंस उसे तो ही मिल जाती है। हरीश रावत कह रहे हैं कि सीएलपी की मीटिंग बुलाई जाती है पर उस दे विच कैप्टन अमरिंदर सिंह नहीं पहुंचते, कैप्टन अमरिंदर सिंह के वलों खुद ही अस्तीफा दे दिता जाता। पर खास गल ये है कि सीएलपी की जी मीटिंग है ज्यादातर ये सीएलपी का नेता ही बुलाता है। कहना भाव है कि सीएलपी का लीडर कैप्टन अमरिंदर सिंह सीगा तां पहला अधिकार सीएलपी की मीटिंग बुलाउंदा किते ना किते कैप्टन अमरिंदर सिंह नूं सीगा, पर जदों हाई कमान दे वल्लों कहा जाता है कि कल सीएलपी की मीटिंग है और अगली गल उहदे विच कही जाती है कि कैप्टन अमरिंदर सिंह जिहड़ा नवीं प्रधानगी नूं लैके जिहड़ा फैसला हो सकदा, तो साफ तौर ते कैप्टन अमरिंदर सिंह नूं भी यह गल क्लीयर सी कि सीएलपी की मीटिंग बुलाई जाएगी, उस दे विच नवें मुख मंत्री की चोण की जाएगी। तो कैप्टन अमरिंदर सिंह ने अपने आप ही इस्तीफा दे दिता। और दूजे पासे जिस चीज का जिक्र कैप्टन अमरिंदर सिंह कर चुके हैं कि ना तो मैं कांग्रेस च रहांगा ते ना ही मैं बीजेपी च जावांगा, तो इस गल तो एक गल स्पष्ट है कि आने वाले दिनों के विच कैप्टन अमरिंदर सिंह अपनी नवीं पार्टी बना सकते हैं। तो दूजे पासे जिस चीज का जिक्र हरीश रावत करते नजर आए ने समा कहंदे ने बहुत बलवान हुंदा और एक वड्डा मरम भी हैगा। सो वेखण वाली गल होएगी कि कुछ अगे हुंदा सियासी जीवन इन्हां दा। बहुत बहुत शुक्रिया, फिलहाल समय दी घाट है, धन्यवाद। और कैप्टन अमरिंदर सिंह ते हरीश रावत का बड़ा बयान सामने आना काफ़ी ज़्यादा अहमियत रखता है और चौं पासे नज़र घुमांदा भी है कि अगे की होएगा। अगे बढ़ते और गल करांगे बिजली की किल्लत। एक बड़ी खबर सामने आ रही है, किसानों के वलों नैशनल हाईवे जलंधर का जाम कर दिता गया। सरकार के खिलाफ पीएपी चौक दे विच किसानों ने धरना दिता। लुधियाना, अंबाला ते दिल्ली का सीधा रस्ता बंद होया। सरकार तो लोड़ींदी बिजली की मंग की जा रही है किसानों के वलों। हालांकि सरकार का दावा सी किसानों को किसी किस्म की किल्लत नहीं आउण दित्ती जाएगी, पर इस वेले दी वड्डी खबर आ रही है बिजली की किल्लत है, किसान परेशान ने और किसानों ने प्रदर्शन किया। किसानों के वलों जलंधर दे विच नैशनल हाईवे नूं जाम कर दिता गया। आ तस्वीरां जिहड़ियां ने तुहानूं विखा रहे हैं, नैशनल हाईवे जाम होने का मतलब सीधे तौर पर समझा जा सकता है कि आखिरकार सीधे जांदे रूट प्रभावित हुंदे ने और सारा ही जाम लग जाता है। और सीधा चलदे सुरिंदर कंबोज ने साडे नाल ज्यादा जानकारी दी। सुरिंदर, फिलहाल की कुछ अपडेट, ओवर टू यू। बिल्कुल गुरजोत, जिद्दां पिछले 10 महीनों तो लगातार किसान दिल्ली ਦੀਆਂ ਬਰੂਹਾਂ ਤੇ ਬੈਠੇ ਨੇ, ਧਰਨਾ ਪ੍ਰਦਰਸ਼ਨ ਕਰ ਰਹੇ ਨੇ। 3 ਖੇਤੀ ਕਾਨੂੰਨ ਜਿਹੜੇ ਹੈਗੇ ਉਹਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ। ਉੱਥੇ ਹੀ ਹੁਣ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਹੈ। ਨੈਸ਼ਨਲ ਹਾਈਵੇ 1 ਜਿਹੜਾ ਬਿਲਕੁਲ ਪ੍ਰਭਾਵਿਤ ਕਰ ਦਿੱਤਾ ਗਿਆ ਔਰ ਇਹਨਾਂ ਦੀ ਸਿੱਧੀ ਮੰਗ ਹੈਗੀ ਹੈ ਵੀ ਜਿਹੜਾ ਬਿਜਲੀ ਦੇ ਕੱਟ ਲੱਗ ਰਹੇ ਆ ਜਿਹਦੇ ਨਾਲ ਇਹਨਾਂ ਦੀ ਜਿਹੜੀ ਫਸਲ ਹੈਗੀ ਆ ਉਹਨੂੰ ਖਰਾਬ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਨੈਸ਼ਨਲ ਹਾਈਵੇ 1 ਪੀਏਪੀ ਚੌਂਕ
ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਦਿੱਤਾ ਗਿਆ ਔਰ ਕਿਸਾਨ ਦਰੀਆਂ ਵਿਛਾ ਕੇ ਸੜਕ ਦੇ ਉੱਤੇ ਹੀ ਧਰਨਾ ਪ੍ਰਦਰਸ਼ਨ ਕਰ ਰਹੇ ਨੇ, ਉੱਥੇ ਬੈਠ ਗਏ ਨੇ। ਪਿੱਛੇ ਪੁਲਿਸ ਫੋਰਸ ਵੀ ਦਿਖਾ ਸਕਦੇ ਕੈਮਰਾ, ਪੁਲਿਸ ਫੋਰਸ ਵੀ ਪੂਰੀ ਤਰ੍ਹਾਂ ਨਾਲ ਮੁਸਤੈਦ ਹੈਗੀ ਆ। ਜਿੰਨੇ ਵੀ ਇੱਥੇ ਦੇ 3 DCP ਜਿਹੜੇ ਹੈਗੇ ਉਹ ਇੱਥੇ ਮੁਸਤੈਦ ਹੈਗੇ ਨੇ, ACP ਜਿਹੜੇ ਹੈਗੇ ਉਹ ਇੱਥੇ ਮੁਸਤੈਦ ਹੈਗੇ ਨੇ। ਔਰ ਫਿਲਹਾਲ ਜਿਹੜਾ ਇਸ ਵੇਲੇ ਨੈਸ਼ਨਲ ਹਾਈਵੇ 1 ਹੈਗਾ ਜਿਹੜਾ ਅੰਮ੍ਰਿਤਸਰ ਤੋਂ ਦਿੱਲੀ ਨੂੰ ਜੋੜਦਾ ਹੈਗਾ ਆ, ਉਹ ਪੂਰੀ ਤਰ੍ਹਾਂ ਨਾਲ ਇਸ ਵੇਲੇ ਬੰਦ ਕਰ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਦਾ ਇਹਦੇ ਵਿੱਚ ਬਾਬਤ ਕੀ ਕਹਿਣਾ ਹੈਗਾ। ਬਿਲਕੁਲ ਸੁਰਿੰਦਰ, ਗੱਲਬਾਤ ਜ਼ਰੂਰ ਕਰੋ ਔਰ ਸਿੱਧੇ ਤਸਵੀਰਾਂ ਅਸੀਂ ਇੱਕ ਵਾਰ ਦਰਸ਼ਕਾਂ ਨੂੰ ਦੱਸ ਦਈਏ। ਐਕਸਕਲੂਸਿਵ ਨੈਸ਼ਨਲ ਹਾਈਵੇ ਤਸਵੀਰਾਂ ਜਾਮ ਕਰ ਦਿੱਤਾ ਹੈਗਾ, ਕੀ ਕਹਿਣਾ ਹੈਗਾ ਤੁਹਾਡਾ? ਦੇਖੋ ਇਹ ਬੱਤੀ ਦੇ ਮਸਲੇ ਤੇ ਕਰਕੇ ਕੀਤਾ ਆ। ਅਸੀਂ 2-3 ਵਾਰੀ ਚੀਫ ਸਾਹਿਬ ਨੂੰ ਵੀ ਕਹਿ ਚੁੱਕੇ ਆ, ਆਪਣੇ ਸਾਰੇ ਜਿੰਨਾ ਵੀ ਮਹਿਕਮਾ ਹੈ ਬਿਜਲੀ ਬੋਰਡ ਦਾ, ਅਸੀਂ ਉਹਨਾਂ ਨੂੰ ਅਪੀਲ ਕਰ ਚੁੱਕੇ ਹਾਂ ਵੀ ਸਾਡੀ ਜਿਹੜੀ ਬੱਤੀ ਹੈ ਤੁਰੰਤ ਪੂਰੀ ਕਰਾਈ ਜਾਵੇ। 10 ਦਿਨ ਹੋ ਗਏ ਸਾਨੂੰ ਜਿਹੜੀ ਇਹ ਬੱਤੀ ਨਹੀਂ ਮਿਲ ਰਹੀ, 4 ਦਿਨ ਹੋ ਗਏ ਬਿਲਕੁਲ ਹੀ ਨਹੀਂ ਆ ਰਹੀ, ਜਾਣੀ ਕਿ 1 ਘੰਟਾ ਕਿਤੇ ਆ ਗਏ ਨਹੀਂ ਤਾਂ ਨਹੀਂ ਬਸ। ਤੇ ਜਿਹੜੀ ਸਾਡੀ ਫਸਲ ਆ ਉਹ ਪੱਕਣ ਦੇ ਤਿਆਰ ਹੋਈ ਬੈਠੀ ਆ, ਤੇ ਉਹਨੂੰ ਆਹ ਪਾਣੀ ਦੀ ਬਹੁਤ ਸਖਤ ਜ਼ਰੂਰਤ ਆ। ਤੇ ਗਾਂ ਅਸੀਂ ਕਣਕ ਵੀ ਬੀਜਣੀ ਆ, ਤੇ ਉਹ ਉਸੇ ਹੀ ਜਾਣੀ ਕਿ ਪਾਣੀ ਦੇ ਨਾਲ ਕਣਕ ਬੀਜੀ ਜਾਣੀ ਆ। ਨਾ ਕਣਕ ਬੀਜ ਹੋਊਗੀ ਤੇ ਨਾ ਜਿਹੜੀ ਆਹ ਫਸਲ ਹੈ ਸਾਡੀ ਖੁਰਾਕ ਤਬਾਹ ਹੋ ਜਾਊਗੀ ਜੇ ਬੱਤੀ ਨਾ ਆਈ ਤਾਂ। ਵਿਭਾਗ ਦਾ ਕਹਿਣਾ ਹੈਗਾ ਕੋਲਾ ਜਿਹੜਾ ਹੈਗਾ ਉਹ ਖਤਮ ਹੋ ਗਿਆ, ਜਿਹਦੇ ਕਰਕੇ ਕੱਟ ਲੱਗ ਰਹੇ ਹੈਗੇ। ਦੇਖੋ ਜੀ ਉਹ ਕੋਲਾ ਤਾਂ ਸਾਡੇ ਕੋਲ ਇੱਕ ਅੱਧਾ ਹੈਗਾ, ਉਹ ਲੈ ਲੈਣ ਬੇਸ਼ੱਕ। ਜੇ ਕੋਲਾ ਉਹਨਾਂ ਨੂੰ ਚਾਹੀਦਾ ਤਾਂ ਕੋਲਾ ਵੀ ਅਸੀਂ ਦੇ ਦਿੰਦੇ ਇੱਕ। ਜੇ ਉਹ ਕੋਲਾ ਜੇ ਅਸੀਂ ਜੱਟਾਂ ਨੇ ਥੋੜ੍ਹਾ ਪੂਰਾ ਕਰਨਾ, ਇਹ ਸਰਕਾਰਾਂ ਦਾ ਕੰਮ ਹੈ ਕਿ ਸਾਡਾ ਕੰਮ ਆ? ਇਹ ਹੈਗਾ ਸਭ ਕੰਮ ਤਾਂ ਸਰਕਾਰਾਂ ਦਾ। ਸਰਕਾਰ ਸਾਰਾ ਇੱਕ ਦੂਜੇ ਨਾਲ ਮਿਲੀ ਹੋਈ ਆ, ਮੋਦੀ ਸਰਕਾਰ ਨਾਲ ਮਿਲੀ ਹੋ, ਕਾਂਗਰਸ ਸਰਕਾਰ ਵੀ। ਇਸ ਕਰਕੇ ਸਾਨੂੰ ਇਹ ਜਿਹੜੇ ਜੱਟ ਆ ਇਹਨਾਂ ਨੂੰ ਯਾਨੀ ਕਿ ਇਸ ਟਾਈਮ ਕਿਸਾਨਾਂ ਨੂੰ ਖਰਾਬ ਕਰ ਰਹੇ ਆ ਪੂਰਾ, ਵੀ ਉਹਨਾਂ ਦੀ ਜਿਹੜੀ ਫਸਲ ਆ ਖਰਾਬ ਹੋ ਜਾਵੇ। ਤੇ ਨਾ ਇਹ ਤਾਂ ਆਪਣੇ ਜਿਹੜਾ ਦਿੱਲੀ ਮੋਰਚਾ ਚੱਲ ਰਿਹਾ ਉਹ 'ਚ ਜਾਣ, ਇਹ ਆਪਣੇ ਇੱਥੇ ਫਸੇ ਰਹਿਣ, ਜਨਰੇਟਰ ਚਲਾਉਣ ਆਪਣੀ ਫਸਲ ਦੇ ਕਰਕੇ, ਤੇ ਇੱਥੇ ਫਸੇ ਰਹਿਣ, ਯਾਨੀ ਕਿ ਉੱਥੇ ਨਾ ਜਾਣ ਆਪਣੇ ਮੋਰਚੇ 'ਚ। ਬਹੁਤ ਬਹੁਤ ਸ਼ੁਕਰੀਆ ਸੁਰਿੰਦਰ, ਫਿਲਹਾਲ ਸਮੇਂ ਦੀ ਘਾਟ ਹੈ। ਧੰਨਵਾਦ ਤਮਾਮ ਤਸਵੀਰਾਂ ਦਿਖਾਉਣ ਦੇ ਲਈ। ਔਰ ਕਈ ਤਰ੍ਹਾਂ ਦੇ ਖਦਸ਼ੇ ਹੈ ਨਾ ਦਿਲਾਂ ਦੇ ਵਿੱਚ ਨੇ ਜ਼ਿਮੀਂਦਾਰਾਂ ਦੇ। ਸਾਫ਼ ਤੌਰ ਤੇ ਇਹਨਾਂ ਦਾ ਕਹਿਣਾ ਹੈ ਕਿ ਆਖਿਰਕਾਰ ਜੋ ਹਾਲਾਤ ਬਣੇ ਨੇ ਸਿੱਧੇ ਤੌਰ ਤੇ ਸਰਕਾਰ ਜ਼ਿੰਮੇਵਾਰ ਹੈ ਤੇ ਸਾਡੀ ਪਾਣੀ ਦੀ ਪੂਰਤੀ ਕੀਤੀ ਜਾਵੇ।